ਹੈਲੋ एवरीवन हैप्पी लर्निंग 'ਚ ਤੁਹਾਡਾ ਸਭ ਦਾ ਸਵਾਗਤ ਹੈ। ਸਾਡਾ ਅੱਜ ਦਾ ਵਿਸ਼ਾ ਹੈ ਵਚਨ। ਜਿਵੇਂ ਕਿ ਅਸੀਂ ਛੋਟੀਆਂ ਕਲਾਸਿਸ ਤੋਂ ਹੀ ਪੜ੍ਹਦੇ ਆ ਰਹੇ ਹਾਂ, ਵਚਨ ਕੀ ਹੈ? ਕਿਸੇ ਚੀਜ਼ ਦਾ ਇੱਕ ਜਾਂ ਇੱਕ ਤੋਂ ਜ਼ਿਆਦਾ ਹੋਣਾ। ਤੋ ਜੋ ਸ਼ਬਦ ਕਿਸੇ ਨਾਮ ਜਾਂ ਪੜਨਾਮ ਦੀ ਗਿਣਤੀ ਬਾਰੇ ਦੱਸਣ ਉਹਨਾਂ ਨੂੰ ਅਸੀਂ ਵਚਨ ਕਹਿੰਦੇ ਹਾਂ। ਜਿਵੇਂ ਕਿ ਸਾਹਮਣੇ ਸਲਾਈਡ 'ਤੇ ਤੁਹਾਡੇ ਕੋਲ ਉਦਾਹਰਨ ਹੈ ਤੋਤਾ, ਘੋੜੇ, ਬੱਚੇ। ਹੁਣ ਜਿਵੇਂ ਕਿ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਸਾਨੂੰ ਪਤਾ ਲੱਗ ਰਿਹਾ ਹੈ ਕਿ ਤੋਤਾ ਮਤਲਬ ਕਿ ਇੱਕ ਹੈ, ਘੋੜੇ ਇੱਕ ਤੋਂ ਜ਼ਿਆਦਾ ਨੇ, ਬੱਚੇ ਇੱਕ ਤੋਂ ਜ਼ਿਆਦਾ ਨੇ। ਤਾਂ ਇੱਥੋਂ ਕਲੀਅਰ ਹੋ ਜਾਂਦਾ ਹੈ ਕਿ ਜਿਨ੍ਹਾਂ ਸ਼ਬਦਾਂ ਤੋਂ ਸਾਨੂੰ ਕਿਸੇ ਚੀਜ਼ ਦੇ ਇੱਕ ਜਾਂ ਇੱਕ ਤੋਂ ਜ਼ਿਆਦਾ ਹੋਣ ਬਾਰੇ ਪਤਾ ਚੱਲੇ ਉਸ ਨੂੰ ਅਸੀਂ ਕਹਿੰਦੇ ਹਾਂ ਵਚਨ। ਵਚਨ ਕਿੰਨੀ ਤਰ੍ਹਾਂ ਦੇ ਨੇ? ਵਚਨ ਦੋ ਤਰ੍ਹਾਂ ਦੇ ਨੇ, ਇੱਕ ਵਚਨ ਅਤੇ ਬਹੁਵਚਨ। ਇੱਕ ਵਚਨ ਦਾ ਮਤਲਬ ਕਿਸੇ ਚੀਜ਼ ਦਾ ਇੱਕ ਹੋਣਾ, ਔਰ ਬਹੁਵਚਨ ਦਾ ਮਤਲਬ ਕਿਸੇ ਚੀਜ਼ ਦਾ ਇੱਕ ਤੋਂ ਜ਼ਿਆਦਾ। ਇੱਕ ਤੋਂ ਜ਼ਿਆਦਾ 2 4 6 8 ਮਤਲਬ ਅਨਲਿਮਿਟਿਡ ਕੁਛ ਵੀ ਕੋਈ ਵੀ ਉਸਦੀ ਨੰਬਰਿੰਗ ਹੋ ਸਕਦੀ ਹੈ। ਇਸ ਵਚਨ ਦੇ ਵਿੱਚ ਸਾਨੂੰ ਇੱਕ ਚੀਜ਼ ਦਾ ਧਿਆਨ ਰੱਖਣਾ ਹੁੰਦਾ ਹੈ ਕਿ ਇਹਦੇ ਵਿੱਚ ਸਿਰਫ ਕਾਊਂਟੇਬਲ ਥਿੰਗਸ ਆਉਂਦੀਆਂ ਨੇ। ਜਿਨ੍ਹਾਂ ਚੀਜ਼ਾਂ ਨੂੰ ਅਸੀਂ ਚਾਹੇ ਲਿਵਿੰਗ ਚਾਹੇ ਨੋਨ ਲਿਵਿੰਗ ਜਿਹੜੀਆਂ ਅਸੀਂ ਕਾਊਂਟ ਕਰ ਸਕਦੇ ਹਾਂ, ਗਿਣ ਸਕਦੇ ਹਾਂ, ਉਹਨਾਂ ਨੂੰ ਹੀ ਅਸੀਂ ਵਚਨ ਵਿੱਚ ਲੈਂਦੇ ਹਾਂ। ਜਿਹੜੀਆਂ ਮਾਪ ਤੋਲਣ ਵਾਲੀਆਂ ਚੀਜ਼ਾਂ ਹੋਣਗੀਆਂ ਉਹ ਵਚਨ ਦੇ ਵਿੱਚ ਨਹੀਂ ਆਉਂਦੀਆਂ। ਨੈਕਸਟ ਹੈ ਵਚਨ ਬਦਲਣ ਦੇ ਰੂਪ। ਹੁਣ ਛੋਟੀਆਂ ਕਲਾਸਿਸ ਤੁਸੀਂ ਯੂਜ਼ਲੀ ਕਰਦੇ ਆ ਰਹੇ ਹੋ ਵਚਨ ਬਦਲੋ, ਔਰ ਬੱਚੇ ਕੀ ਕਰਦੇ ਨੇ, ਇੱਕ ਵਚਨ ਦਿੱਤਾ ਹੁੰਦਾ ਔਰ ਉਸਨੂੰ ਬਹੁਵਚਨ ਬਣਾ ਦਿੰਦੇ ਨੇ। ਲੇਕਿਨ ਅੱਜ ਅਸੀਂ ਪੜ੍ਹਾਂਗੇ ਕਿ ਵਚਨ ਨੂੰ ਅਸੀਂ ਕਿੰਨੇ ਤਰੀਕੇ ਦੇ ਨਾਲ ਬਦਲ ਸਕਦੇ ਹਾਂ। ਸਲਾਈਡ 'ਤੇ ਦੇਖੋ, ਸਭ ਤੋਂ ਫਸਟ ਹੈ ਵਚਨ ਬਦਲੋ। ਮੈਂ ਪਹਿਲਾ ਕੁਐਸਚਨ ਲਿਖਿਆ ਹੈ ਵਚਨ ਬਦਲੋ। ਪਹਿਲੀ ਉਦਾਹਰਨ ਹੈ ਚਾਬੀ, ਚਾਬੀ ਚਾਬੀਆਂ, ਚਮਚੇ ਚਮਚਾ। ਹੁਣ ਇਹਨਾਂ ਦੋਨਾਂ ਉਦਾਹਰਨਾਂ ਦੇ ਵਿੱਚ ਤੁਹਾਨੂੰ ਇੱਕ ਚੀਜ਼ ਨਜ਼ਰ ਆ ਰਹੀ ਹੈ ਕਿ ਜਦੋਂ ਚਾਬੀ ਇੱਕ ਵਚਨ ਸੀ ਅਤੇ ਉਸ ਨੂੰ ਮੈਂ ਬਣਾਤਾ ਬਹੁਵਚਨ, ਚਾਬੀਆਂ ਜ਼ਿਆਦਾ ਬਣਾ ਦਿੱਤੀਆਂ। ਔਰ ਜਦੋਂ ਚਮਚੇ ਬਹੁਵਚਨ ਦਿੱਤੇ ਹੋਏ ਨੇ ਤਾਂ ਉਸਨੂੰ ਮੈਂ ਬਦਲ ਕੇ ਲਿਖ ਦਿੱਤਾ ਚਮਚਾ। ਤਾਂ ਇਸ ਦਾ ਮਤਲਬ ਕਿ ਜਦੋਂ ਵਚਨ ਬਦਲੋ ਲਿਖਿਆ ਹੋਏ, ਤੁਹਾਨੂੰ ਕੁਐਸਚਨ ਆਇਆ ਹੋਏ ਵਚਨ ਬਦਲੋ, ਇਸ ਦਾ ਮਤਲਬ ਹੈ ਸਾਨੂੰ ਜੋ ਵੀ ਸ਼ਬਦ ਦਿੱਤਾ ਹੈ ਉਸ ਨੂੰ ਅਸੀਂ ਸਟ੍ਰਿਕਟਲੀ ਚੇਂਜ ਕਰਨਾ ਹੀ ਕਰਨਾ ਹੈ। ਨੈਕਸਟ ਇੱਕ ਵਚਨ ਬਣਾਓ। ਇਹ ਹੁਣ ਜੋ ਅਸੀਂ ਨੈਕਸਟ ਕਰ ਰਹੇ ਹਾਂ ਇੱਕ ਵਚਨ ਔਰ ਬਹੁਵਚਨ ਬਣਾਓ, ਇਹਦੇ ਵਿੱਚ ਬੱਚੇ ਜਿਹੜੇ ਮੋਸਟਲੀ ਗਲਤੀ ਕਰਦੇ ਨੇ ਕਿਉਂਕਿ ਉਹਨਾਂ ਦੇ ਮਾਈਂਡ ਸੈੱਟ ਤਰ੍ਹਾਂ ਦਾ ਹੋਇਆ ਕਿ ਹਾਂ ਵਚਨ ਬਦਲਣਾ ਹੈ। ਕੁਐਸਚਨ ਨੂੰ ਪੜ੍ਹੇ ਬਿਨਾਂ ਬੱਚੇ ਜਿਹੜੇ ਨੇ ਉਹਨੂੰ ਚੇਂਜ ਕਰ ਦਿੰਦੇ ਨੇ। ਤਾਂ ਬਹੁਤ ਧਿਆਨ ਨਾਲ ਇੱਥੇ ਤੁਸੀਂ ਲਿਖਣਾ ਹੁੰਦਾ ਹੈ ਇੱਕ ਵਚਨ ਬਣਾਓ, ਮਤਲਬ ਕਿ ਜੋ ਵੀ ਤੁਹਾਨੂੰ ਸ਼ਬਦ ਦਿੱਤਾ ਹੈ ਉਸ ਦਾ ਤੁਸੀਂ ਸਟ੍ਰਿਕਟਲੀ ਇੱਕ ਵਚਨ ਬਣਾਉਣਾ, ਉਸਨੂੰ ਸਿੰਗੂਲਰ ਹੀ ਬਣਾਉਣਾ ਹੈ। ਦੇਖੋ ਜਿਵੇਂ ਹੈ ਬੱਚਾ, ਬੱਚਾ ਦੁਬਾਰਾ ਉਸਨੂੰ ਮੈਂ ਇਸ ਆਨਸਰ ਲਿਖ ਦਿੱਤਾ ਬੱਚਾ। ਕਿਉਂ? ਕਿਉਂਕਿ ਕੁਐਸਚਨ ਦੇ ਵਿੱਚ ਸਾਨੂੰ ਪੁੱਛਿਆ ਹੋਇਆ ਇੱਕ ਵਚਨ ਬਣਾਓ ਔਰ ਬੱਚਾ ਆਲਰੇਡੀ ਇੱਕ ਵਚਨ ਹੈ। ਜੋ ਇੱਕ ਵਚਨ ਹੈ ਤਾਂ ਅਸੀਂ ਇਸਨੂੰ ਬਿਨਾਂ ਬਦਲੇ ਬਿਨਾਂ ਚੇਂਜ ਕੀਤੇ ਐਜ਼ ਇਟ ਇਜ਼ ਹੀ ਲਿਖ ਦਿਆਂਗੇ। ਦੂਸਰੀ ਉਦਾਹਰਨ ਦੇਖੋ ਆਦਮੀਆਂ। ਹੁਣ ਆਦਮੀਆਂ ਜਿਹੜਾ ਸ਼ਬਦ ਹੈ ਉਹ ਬਹੁਵਚਨ ਦੱਸ ਰਿਹਾ, ਤਾਂ ਅਸੀਂ ਇਸ ਨੂੰ ਬਣਾਉਣਾ ਹੈ ਇੱਕ ਵਚਨ ਆਦਮੀ। ਤਾਂ ਇਹਨਾਂ ਦੋਨਾਂ ਦੇ ਵਿੱਚ ਦੋਨਾਂ ਸ਼ਬਦਾਂ ਵਿੱਚ ਅਸੀਂ ਉਹਨਾਂ ਨੂੰ ਇੱਕ ਵਚਨ ਬਣਾਇਆ, ਬੱਚਾ ਔਰ ਆਦਮੀ। ਸੇਮ ਵੇ ਅਗਲਾ ਜਿਹੜਾ ਇਸਦਾ ਆ ਜਾਂਦਾ ਹੈ ਬਹੁਵਚਨ ਬਣਾਓ। ਹੁਣ ਬਹੁਵਚਨ ਬਣਾਉਣ ਦਾ ਮਤਲਬ ਕਿ ਸਟ੍ਰਿਕਟਲੀ ਅਸੀਂ ਬਹੁਵਚਨ ਹੀ ਬਣਾਉਣਾ ਹੈ। ਔਰ ਇਸ ਦੇ ਵਿੱਚ ਵੀ ਸੇਮ ਉਸੇ ਤਰ੍ਹਾਂ ਹੀ ਕਰਾਂਗੇ ਕਿ ਜੇਕਰ ਬਹੁਵਚਨ ਹੈ ਤਾਂ ਉਸਨੂੰ ਐਜ਼ ਇਟ ਇਜ਼ ਰਹਿਣ ਦੇਣਾ, ਅਗਰ ਇੱਕ ਵਚਨ ਹੋਏਗਾ ਤਾਂ ਉਸਨੂੰ ਅਸੀਂ ਬਦਲ ਦੇਣਾ, ਉਸਨੂੰ ਬਹੁਵਚਨ ਬਣਾਉਣਾ, ਪਲੂਰਲ ਬਣਾਉਣਾ ਹੈ। ਲਾਈਕ ਚਮਚਾ ਸਿੰਗੂਲਰ ਹੈ, ਇਸਨੂੰ ਅਸੀਂ ਪਲੂਰਲ ਬਣਾਤਾ ਚਮਚੇ, ਬਹੁਵਚਨ ਬਣਾਤਾ। ਸਹੇਲੀਆਂ ਬਹੁਵਚਨ ਹੈ, ਇਸਨੂੰ ਅਸੀਂ ਐਜ਼ ਇਟ ਇਜ਼ ਹੀ ਰੱਖਾਂਗੇ ਸਹੇਲੀਆਂ, ਇਹਦੇ ਵਿੱਚ ਕੋਈ ਬਦਲਾਵ ਨਹੀਂ ਹੋਏਗਾ। ਨੈਕਸਟ ਹੈ ਸਿਰਫ ਬਹੁਵਚਨ ਰੂਪ 'ਚ ਵਰਤੇ ਜਾਣ ਵਾਲੇ ਸ਼ਬਦ। ਹੁਣ ਕੁਛ ਇੱਕ ਸ਼ਬਦ ਇਸ ਤਰ੍ਹਾਂ ਦੇ ਨੇ ਸਾਡੇ ਕੋਲ ਜਿਹੜੇ ਕਿ ਪੜ੍ਹਨ ਦੇ ਵਿੱਚ ਤਾਂ ਬਹੁਵਚਨ ਲੱਗਦੇ ਨੇ, ਪਲੂਰਲ ਹੈ, ਪਰ ਵਰਤੇ ਜਿਹੜੇ ਜਾਂਦੇ ਨੇ ਉਹ ਇੱਕ ਵਚਨ ਦੇ ਵਿੱਚ ਵਰਤੇ ਜਾਂਦੇ ਨੇ। ਜਿਵੇਂ ਦੇਖੋ ਦਾਦਕੇ, ਨਾਨਕੇ, ਲੋਕ, ਮਾਪੇ, ਸਹੁਰੇ, ਪੇਕੇ, ਸਾਰੇ ਸ਼ਬਦ ਜਿਹੜੇ ਨੇ ਉਹ ਵੇਖਣ ਦੇ ਵਿੱਚ ਇੰਝ ਲੱਗ ਰਿਹਾ ਜਿਵੇਂ ਪਲੂਰਲ ਨੇ, ਬਟ ਇਹ
ਸਿੰਗੂਲਰ ਰੂਪ ਦੇ ਵਿੱਚ ਇੱਕ ਵਚਨ ਰੂਪ ਦੇ ਵਿੱਚ ਹੀ ਅਸੀਂ ਵਰਤਦੇ ਹਾਂ। ਜਿਵੇਂ ਕਹਿੰਦੇ ਕਿ ਮੈਂ ਆਪਣੇ ਦਾਦਕੇ ਗਿਆ, ਨਾਨਕੇ ਗਿਆ, तो नानके मतलब नानी घर या दादी घर, तो एक है। लोग, लोग आए, ਹੁਣ ਲੋਕ ਜੋ ਹੈ ਸਿੰਗੂਲਰ ਲੱਗ ਰਿਹਾ ਹੈ, ਲੇਕਿਨ ਅਸੀਂ ਇਸ ਸ਼ਬਦ ਦੀ ਵਰਤੋਂ ਹਮੇਸ਼ਾ ਪਲੂਰਲ ਦੇ ਵਿੱਚ ਕਰਦੇ ਹਾਂ। ਲੋਕ ਆਇਆ ਨਹੀਂ ਹੁੰਦਾ, ਲੋਕ ਆਏ। ਸੇਮ ਵੇ ਮਾਪੇ, ਸਹੁਰੇ ਅਤੇ ਪੇਕੇ। ਉਸ ਤੋਂ ਇਸੇ ਤਰ੍ਹਾਂ ਕੁਛ ਇੱਕ ਸ਼ਬਦ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਿ ਹੁੰਦੇ ਸਿੰਗੂਲਰ ਹੈ, ਲੇਕਿਨ ਅਸੀਂ ਉਹਨਾਂ ਨੂੰ ਬਹੁਵਚਨ ਰੂਪ ਦੇ ਵਿੱਚ ਵੀ ਵਰਤਦੇ ਹਾਂ। ਯਾਦ ਰੱਖੋਗੇ, ਰੂਲਸ ਨੂੰ ਆਪਣੇ ਮਾਈਂਡ ਦੇ ਵਿੱਚ ਰੱਖੋਗੇ ਤਾਂ ਇਹ ਚੀਜ਼ਾਂ ਬਹੁਤ ਈਜ਼ੀ ਹੋ ਜਾਂਦੀਆਂ ਨੇ। ਹੁਣ ਜਿਵੇਂ ਦੇਖੋ ਕਿ ਵਚਨ ਬਦਲਣ ਲਈ ਕੁਛ ਇੱਕ ਸਾਡੇ ਕੋਲ ਨਿਯਮ ਨੇ। ਅਗਰ ਅਸੀਂ ਉਹਨਾਂ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਤਾਂ ਇਹ ਵਚਨ ਬਦਲਣ ਦਾ ਜਿਹੜਾ ਕੰਮ ਹੈ ਉਹ ਸਾਡੇ ਲਈ ਬਹੁਤ ਈਜ਼ੀ ਹੋ ਜਾਏਗਾ। ਮੈਨੂੰ ਉਮੀਦ ਹੈ ਕਿ ਜਦੋਂ ਤੁਸੀਂ ਇਹ ਸਾਰੇ ਰੂਲਸ ਨੂੰ ਪੜ੍ਹੋਗੇ, ਇਹਨਾਂ ਉੱਪਰ ਗੌਰ ਕਰੋਗੇ, ਤਾਂ ਤੁਹਾਡੇ ਲਈ ਇਹ ਟੌਪਿਕ ਯਾਦ ਕਰਨਾ ਬਹੁਤ ਈਜ਼ੀ ਹੋਏਗਾ। ਜਿਵੇਂ ਦੇਖੋ ਫਸਟ ਹੈ, ਸ਼ਬਦ ਦੇ ਆਖਰ ਵਿੱਚ ਬਿਹਾਰੀ, ਔਂਕੜ, ਦੁਲੈਂਕੜ ਹੋਵੇ ਤਾਂ ਉਸ ਦੇ ਵਿੱਚ ਅਸੀਂ ਕੀ ਕਰਨੇ ਆ, ਬਿਨਾਂ ਉਸ ਸ਼ਬਦ ਨੂੰ ਬਦਲੇ, ਉਸ ਸ਼ਬਦ ਦੇ ਵਿੱਚ ਕੋਈ ਬਦਲਾਵ ਨਹੀਂ ਕਰਨਾ, ਐਜ਼ ਇਟ ਇਜ਼ ਉਸ ਸ਼ਬਦ ਨੂੰ ਲਿਖੋ। ਅੱਗੇ ਉਸ ਦੇ ਜੋੜ ਦੇਣਾ ਹੈ ਐੜੇ ਨੂੰ ਕਰਨਾ ਉੱਪਰ ਬਿੰਦੀ। ਜਿਵੇਂ ਦੇਖੋ ਉਦਾਹਰਨ ਹੈ ਰੋਟੀ, ਹੁਣ ਲਾਸਟ ਸ਼ਬਦ ਜਿਹੜਾ ਅੱਖਰ ਹੈ ਉਸ ਦੇ ਉੱਪਰ ਬਿਹਾਰੀ ਹੈ, ਮੈਂ ਉਸਨੂੰ ਐਜ਼ ਇਟ ਇਜ਼ ਲਿਖ ਕੇ ਰੋਟੀ ਅੱਗੇ ਲਗਾਤਾ, ਐੜੇ ਨੂੰ ਕਰਨਾ ਉੱਪਰ ਬਿੰਦੀ, ਰੋਟੀਆਂ। ਵਸਤੂ, ਵਸਤੂਆਂ, ਨਹੂ, ਨਹੂਆਂ। ਯੂਜ਼ਲੀ ਕੀ ਹੁੰਦਾ ਹੈ ਕਿ ਬੱਚੇ ਜਦੋਂ, ਕਿਉਂਕਿ ਉਸਨੇ ਅਸੀਂ ਹਿੰਦੀ ਵੀ ਪੜ੍ਹਨੇ ਆ, ਤਾਂ ਹਿੰਦੀ ਵਿੱਚ ਰੂਲ ਕੀ ਹੈ ਕਿ ਆਖਿਰ ਦੇ ਵਿੱਚ ਅਗਰ ਬੜੀ ਦੀ ਮਾਤਰਾ ਹੋਵੇ ਤਾਂ ਜਦੋਂ ਅਸੀਂ ਉਸਨੂੰ ਬਹੁਵਚਨ ਬਣਾਉਂਦੇ ਹਾਂ ਤਾਂ ਉਹ ਛੋਟੀ ਦੀ ਬਣ ਜਾਂਦੀ ਹੈ। ਤਾਂ ਬੱਚੇ ਜਿਹੜੇ ਨੇ ਉਹ ਇਹੀ ਗਲਤੀ ਪੰਜਾਬੀ ਵਿੱਚ ਵੀ ਕਰ ਜਾਂਦੇ ਹੈ, ਉਸ ਮਾਤਰਾ ਨੂੰ, ਉਸ ਲਗ ਨੂੰ ਬਦਲ ਦਿੰਦੇ ਨੇ। ਬਟ ਬੇਟਾ ਪੰਜਾਬੀ ਦੇ ਵਿੱਚ ਅਸੀਂ ਮਾਤਰਾ ਬਦਲਣੀ ਨਹੀਂ, ਉਸਨੂੰ ਐਜ਼ ਇਟ ਇਜ਼ ਹੀ ਰਹਿਣ ਦੇਣਾ ਹੈ। ਬਿਹਾਰੀ, ਲਾਸਟ ਵਿੱਚ ਬਿਹਾਰੀ ਲੱਗੀ ਹੋਈ ਹੈ ਤਾਂ ਉਸਨੂੰ ਐਜ਼ ਇਟ ਇਜ਼ ਉਸ ਅੱਖਰ ਸ਼ਬਦ ਨੂੰ ਲਿਖ ਕੇ ਤਾਂ ਉਸਦੇ ਅੱਗੇ ਅਸੀਂ ਲਿਖ ਦੇਣਾ ਹੈ ਐੜੇ ਨੂੰ ਕਰਨਾ ਉੱਪਰ ਬਿੰਦੀ। ਓਕੇ, ਨੈਕਸਟ ਹੈ ਅਗਰ ਅੰਤ ਦੇ ਵਿੱਚ ਮੁਕਤਾ ਹੋਵੇ, ਮੁਕਤਾ ਹੋਵੇ ਤਾਂ ਉਸ ਦੇ ਵਿੱਚ ਅਸੀਂ ਆਖਿਰ ਦੇ ਵਿੱਚ ਕੰਨਾਂ ਉੱਪਰ ਬਿੰਦੀ ਲਗਾ ਦਿੰਦੇ ਹਾਂ। ਜਿਵੇਂ ਤੇ ਉਦਾਹਰਨ ਹੈ ਕਿਤਾਬ, ਕਿਤਾਬਾਂ। ਅੰਤ ਵਿੱਚ ਅਗਰ ਕੰਨਾ ਹੋਵੇ ਤਾਂ ਅਸੀਂ ਉਸ ਨੂੰ ਚੇਂਜ ਕਰ ਦਿੰਦੇ ਹਾਂ ਲਾਂ ਦੇ ਨਾਲ। ਜਿਵੇਂ ਦੇਖੋ ਉਦਾਹਰਨ ਹੈ ਪੱਤਾ, ਪੱਤੇ, ਬੱਚਾ, ਬੱਚੇ। ਉਸ ਤੋਂ ਬਾਅਦ ਨੈਕਸਟ ਹੋਏਗਾ ਅਗਰ ਆਖਰ ਦੇ ਵਿੱਚ ਕੰਨਾ ਜਾਂ ਕੰਨੇ ਉੱਪਰ ਬਿੰਦੀ ਹੋਵੇ ਤਾਂ ਉਸ ਦੇ ਵਿੱਚ ਅਸੀਂ ਕੀ ਕਰਾਂਗੇ, ਆਖਿਰ ਦੇ ਵਿੱਚ ਵਾਂ, ਵਾਵੇ ਨੂੰ ਕੰਨਾ ਉੱਪਰ ਬਿੰਦੀ ਲਗਾਵਾਂਗੇ। ਜਿਵੇਂ ਇੱਥੇ ਉਦਾਹਰਨ ਮੈਂ ਦਿੱਤੀ ਹੈ ਮਾਂ, ਮਾਵਾਂ, ਹਵਾ, ਹਵਾਵਾਂ। ਤਾਂ ਇਸ ਤੋਂ ਬਾਅਦ ਕੁਛ ਇੱਕ ਇਸ ਤਰ੍ਹਾਂ ਦੇ ਸ਼ਬਦ ਇਹ ਯੂਜ਼ਲੀ ਅਸੀਂ ਯੂਜ਼ ਕਰਨੇ ਨਾ ਵਾਕ ਦੇ ਵਿੱਚ। ਕੁਛ ਇਹੋ ਜਿਹੇ ਸ਼ਬਦ ਹੁੰਦੇ ਨੇ ਜਿਹੜੇ ਜਦੋਂ ਅਸੀਂ ਵਾਕ ਦੇ ਵਿੱਚ ਵਰਤਦੇ ਹਾਂ ਤਾਂ ਉਹ ਦੇਖਣ ਨੂੰ ਤੁਹਾਨੂੰ ਲੱਗਣਗੇ ਬਹੁਵਚਨ, ਬਟ ਹੁੰਦੇ ਨੇ ਉਹ ਇੱਕ ਵਚਨ, ਜਾਂ ਇੱਕ ਵਚਨ ਹੋਣਗੇ ਲੇਕਿਨ ਦੇਖਣ ਨੂੰ ਇੱਕ ਵਚਨ ਹੋਣਗੇ ਬਟ ਹੋਣਗੇ ਉਹ ਬਹੁਵਚਨ। ਜਿਵੇਂ ਦੇਖੋ ਪਹਿਲਾਂ ਮੈਂ ਇੱਥੇ ਦੱਸਿਆ ਤੁਹਾਨੂੰ ਕਿ ਕਈ ਵਾਰ ਜਦੋਂ ਅਸੀਂ ਕਿਸੇ ਲਈ ਰਿਸਪੈਕਟਫੁਲ, ਸਤਿਕਾਰਯੋਗ ਸ਼ਬਦ ਯੂਜ਼ ਕਰਦੇ ਹਾਂ ਤਾਂ ਉਹਦੇ ਨਾਲ ਅਸੀਂ ਜਿਹੜਾ ਸ਼ਬਦ ਲਗਾਉਂਦੇ ਹਾਂ ਉਹ ਲਗਾਉਂਦੇ ਹਾਂ ਪਲੂਰਲ ਫੋਰਮ ਦੇ ਵਿੱਚ, ਬਹੁਵਚਨ ਫੋਰਮ 'ਚ। ਜਿਵੇਂ ਮੇਰੇ ਪਿਤਾ ਜੀ ਆਏ, ਹੁਣ ਮੇਰੇ ਪਿਤਾ ਜੀ ਆਏ, ਪਿਤਾ ਜੀ ਇੱਕ ਵਚਨ ਹੈ, ਸਿੰਗੂਲਰ ਹੈ, ਲੇਕਿਨ ਆਏ ਸ਼ਬਦ ਜਿਹੜਾ ਹੈ ਅਗਰ ਇਕੱਲਾ ਅਸੀਂ ਸ਼ਬਦ ਦੇਖੀਏ ਆਏ, ਆਏ ਲੱਗ ਰਿਹਾ ਬਹੁਵਚਨ, ਬਟ ਵਾਕ ਦੇ ਅਨੁਸਾਰ, ਵਾਕ ਦੇ ਅਕੋਰਡਿੰਗ ਇਹ ਪਿਤਾ ਜੀ ਨੂੰ ਇੱਕ ਵਚਨ ਹੀ ਦੱਸ ਰਿਹਾ ਹੈ। ਇਸੇ ਤਰ੍ਹਾਂ ਜਿਵੇਂ ਹੋਏ ਰੁੱਖ ਵੱਢ ਦਿੱਤੇ ਗਏ, ਹੁਣ ਅਗਰ ਅਸੀਂ ਇਕੱਲਾ ਰੁੱਖ ਸ਼ਬਦ ਵੇਖੀਏ ਤਾਂ ਉਹ ਇੱਕ ਵਚਨ ਹੈ, ਪਰ ਅਸੀਂ ਪੂਰਾ ਸੈਂਟੈਂਸ ਅਗਰ ਦੇਖੀਏ ਤਾਂ ਰੁੱਖ ਵੱਢ ਦਿੱਤੇ ਗਏ, ਤਾਂ ਜੋ ਗਏ ਸ਼ਬਦ ਹੈ ਉਹ ਰੁੱਖ ਨੂੰ ਬਹੁਵਚਨ ਬਣਾ ਰਿਹਾ ਹੈ। ਕਲੀਅਰ? ਤਾਂ ਇਹ ਕੁਛ ਇੱਕ ਨਿਯਮ ਨੇ, ਜਦੋਂ ਵੀ ਤੁਸੀਂ ਇਹਨਾਂ ਨਿਯਮਾਂ ਨੂੰ ਆਪਣੇ ਮਾਈਂਡ 'ਚ ਰੱਖੋਗੇ, ਯਾਦ ਕਰੋਗੇ ਇਹਨਾਂ ਨੂੰ ਅੱਛੇ ਤਰੀਕੇ ਨਾਲ, ਤਾਂ ਕੋਈ ਗਲਤੀ ਦਾ ਚਾਂਸ ਨਹੀਂ ਹੈ। ਔਰ ਗ੍ਰਾਮਰ, ਵਿਆਕਰਨ ਇਹੋ ਜਿਹੀ ਚੀਜ਼ ਹੈ ਕਿ ਇਹ 'ਚ ਅਗਰ ਤੁਸੀਂ ਠੀਕ ਲਿਖਿਆ ਤਾਂ ਤੁਹਾਡੇ ਫੁੱਲ ਮਾਰਕਸ, ਔਰ ਗਲਤ ਤਾਂ ਮਾਰਕਸ ਉਨੇ ਹੀ ਤੇਜ਼ੀ ਨਾਲ ਡਿਡਕਟ ਵੀ ਹੁੰਦੇ ਨੇ। ਤਾਂ ਇਸ ਲਈ ਗ੍ਰਾਮਰ ਨੂੰ ਇਹ ਸਭ ਇਹ ਚੀਜ਼ਾਂ ਜਿਹੜੀਆਂ ਨੇ ਬੇਸਿਕ ਚੀਜ਼ਾਂ ਨੇ। ਇਹ ਜੋ ਚੀਜ਼ਾਂ ਤੁਸੀਂ ਹੁਣ ਕਰ ਰਹੇ ਹੋ ਇਹ ਅੱਗੇ ਵੱਡੀਆਂ ਕਲਾਸਿਸ 'ਚ ਜਾ ਕੇ ਤੁਹਾਡੇ ਕੰਮ ਆਉਣੀਆਂ ਨੇ। ਇੱਕ ਤਾਂ ਇਸ ਦੇ ਇਹਨਾਂ ਰੂਲਸ ਨੂੰ ਯਾਦ ਕਰਨ ਦੇ ਨਾਲ ਸਾਡੀਆਂ ਜੋ ਗਲਤੀਆਂ ਨੇ
ਉਹ ਠੀਕ ਹੋ ਜਾਂਦੀਆਂ ਨੇ। ਅਸੀਂ ਲਿਖਣ ਦੇ ਵਿੱਚ ਜੋ ਗਲਤੀਆਂ ਕਰਦੇ ਹਾਂ, ਬਹੁਵਚਨ ਲਿਖਣ ਜਿਹੜੀਆਂ ਗਲਤੀਆਂ ਕਰਦੇ ਨੇ ਉਹ ਸਾਡੀਆਂ ਠੀਕ ਹੋ ਜਾਂਦੀਆਂ ਨੇ। ਔਰ ਸੈਕਿੰਡਲੀ ਸਾਡਾ ਹੋਲਡ ਬਣ ਜਾਂਦਾ ਲੈਂਗੁਏਜ ਦੇ ਉੱਪਰ। ਤੋ ਮੈਨੂੰ ਉਮੀਦ ਹੈ ਕਿ ਤੁਸੀਂ ਅੱਜ ਦੇ ਇਸ ਟੌਪਿਕ ਨੂੰ ਪੂਰੇ ਧਿਆਨ ਨਾਲ ਪੜ੍ਹੋਗੇ, ਇਹਨਾਂ ਰੂਲਸ ਨੂੰ ਅੱਛੇ ਤਰੀਕੇ ਨਾਲ ਯਾਦ ਕਰੋਗੇ ਔਰ ਟਰਾਈ ਕਰੋ ਇਸ ਨਾਲ ਰਿਲੇਟਡ ਜਿਹੜੀਆਂ ਐਗਜ਼ਾਮਪਲਸ ਆਪਣੀ ਬੁੱਕ ਦੇ ਵਿੱਚੋਂ ਦੇਖੋ ਔਰ ਉਹਨਾਂ ਨੂੰ ਖੁਦ ਆਪਣੇ ਆਪ ਚੇਂਜ ਕਰਨ ਦੀ ਕੋਸ਼ਿਸ਼ ਕਰੋ। ਔਰ ਜੋ ਵੀ ਜਿਤਨਾ ਮੈਂ ਫਾਰਮਸ ਦੱਸੀਆਂ ਨੇ ਬਦਲਣ ਦੀਆਂ, ਸਾਰੇ ਤਰ੍ਹਾਂ ਦੇ ਜਿਹੜੇ ਵਰਡਸ ਲਿਖ ਕੇ ਉਹਨਾਂ ਨੂੰ ਟਰਾਈ ਕਰੋ ਚੇਂਜ ਕਰਨ ਦੀ। ਔਰ ਇਸ ਦੇ ਨਾਲ ਮੈਂ ਇੱਕ ਅਸਾਈਨਮੈਂਟ ਭੇਜਾਂਗੀ ਜੋ ਕਿ ਤੁਸੀਂ ਖੁਦ ਆਪਣੇ ਆਪ ਪਹਿਲਾਂ ਇਹਨਾਂ ਸਭ ਰੂਲਸ ਨੂੰ ਯਾਦ ਕਰਨ ਤੋਂ ਬਾਅਦ ਉਸ ਅਸਾਈਨਮੈਂਟ ਨੂੰ ਕਰਨਾ ਔਰ ਐਨਾਲਿਸਿਸ ਕਰਨਾ ਕਿ ਤੁਸੀਂ ਇਵੈਲੂਏਸ਼ਨ ਕਰਨੀ ਆਪਣੀ ਕਿ ਤੁਸੀਂ ਕਿੰਨੇ ਇਹਨਾਂ ਰੂਲਸ ਨੂੰ ਸਮਝ ਸਕੇ ਹੋ। ਥੈਂਕ ਯੂ, ਹੈਵ ਨਾਈਸ ਡੇ।